सच्ची बाणी। धन धन सो गुर सिख कहिए, जिन सतगुर सेवा कर हर नाम लया। तिस गुर सिख कौ हऊँ सद नमस्कारी। जो गुर कै भाणै गुर सिख चलिया। सच्चे सतगुरु जुगो जुग अटल, दसां पातशाहियां दी जोत, चवर छतर तखत दे मालक। धन धन साहिब श्री गुरु ग्रंथ साहिब सच्चे पातशाह जी महाराज। साहिबां दी पावन पवित्र हाजूरी अंदर जुड़ करके धन धन बाबा बुढ़ा साहिब जी ग्रंथी सभा, धन श्री गुरु ग्रंथ साहिब जियां दे पहले प्रकाश पुरब दे दिहाड़ियां नूं समर्पित गुरमत समागमां दी लड़ी दे तहत अज रात्रि दा विशेष दीवान अंदर हाज़री भर रही साध संगत जी, सत्कारयोग रागी जथियां पासों गुरु की बाणी दा रस भिन्ना कीर्तन आप जियां ने श्रवण कीता है। आप जी दी जानकारी हित ये बेनती करदियां कि अज रमदास दी धरती ते धन धन बाबा बुढ़ा साहिब जी जेड़े विद्वानां दे कथन अनुसार भावें अक्तूबर 1631 विच 1506 का बाबा जी का जन्म है, आगमन है बाबा बुढ़ा जी का, तो 1631 अक्तूबर के महीने जो विद्वानां ने इतिहास में तारीखां लिखियां ने, तो अज उन्हां दा इस संसार तो चले जाना, सचखंड प्याना कर जाना, वो दिवस सिख जगत विच मनाया जा रहा है। उस दिहाड़े नूं मुख रख के तुहाडे नाल समय के दायरे अंदर रह के कुछ विचारां सांझियां करां जी। एकाग्रता बख्शो, सारी ही संगत प्यार विच भिज के बुलंद आवाज़ विच चढ़दी कला विच फतेह प्रवान करियो। सारी संगत मिल के बोलो जी, वाहिगुरू जी का खालसा वाहिगुरू जी की फतेह। धन श्री गुरु ग्रंथ साहिब जी की पावन पवित्र बाणी विचों कुछ बचन सांझे कीते ने। उस गुरसिख नूं धन धन आख्या गया जिहड़ा सतगुरु जी दे चरनां नाल जुड़ गया। दूजी गल, सतगुरु जी दे चरनां नाल जुड़ के वो गुरसिख धनता दे योग हो गया जिन्हें अपने मुख तो परमात्मा का नाम लिया।
ਤੀਜੀ ਗੱਲ ਕਹਿਣ ਲੱਗੇ ਉਹ ਗੁਰਸਿੱਖ ਧੰਨ ਧੰਨ ਹੋ ਗਿਆ ਜਿਨ੍ਹੇ ਪ੍ਰਮਾਤਮਾ ਦਾ ਨਾਮ ਸੁਣਿਆ ਤੇ ਮਨ ਵਿੱਚ ਆਨੰਦ ਆ ਗਿਆ। ਚੌਥੀ ਗੱਲ ਕਹਿਣ ਲੱਗੇ ਉਹ ਗੁਰਸਿੱਖ ਧੰਨ ਧੰਨ ਹੋ ਗਿਆ ਜਿਨ੍ਹੇ ਸਤਿਗੁਰੂ ਦੀ ਸੇਵਾ ਕਰਕੇ ਤੇ ਨਾਮ ਦੀ ਦਾਤ ਆਪਣੀ ਝੋਲੀ ਵਿੱਚ ਪਵਾ ਲਈ। ਪਿਆਰਿਓ, ਤੇ ਪੰਜਵੇਂ ਬਚਨ ਵਿੱਚ ਫਿਰ ਸਾਹਿਬ ਨੇ ਕਿਹਾ ਤਿਸ ਗੁਰਸਿੱਖ ਕੋ ਹਉ ਸਦ ਨਮਸਕਾਰੀ। ਕਹਿਣ ਲੱਗੇ ਉਸ ਗੁਰਸਿੱਖ ਨੂੰ ਸਦਾ ਹੀ ਨਮਸਕਾਰਾਂ ਹੋਣਗੀਆਂ ਜਿਹੜਾ ਸਾਰਾ ਜੀਵਨ ਗੁਰੂ ਕੇ ਭਾਣੇ ਵਿੱਚ ਚੱਲਦਾ ਰਿਹਾ। ਪੰਦਰਾਂ 1506 ਦਾ ਜਨਮ ਹੈ ਪਿੰਡ ਕੱਥੂ ਨੰਗਲ। ਪਿਤਾ ਜੀ ਦਾ ਨਾਂ ਸੁੱਗਾ ਜੀ, ਮਾਂ ਜੀ ਦਾ ਨਾਂ ਮਾਤਾ ਗੌਰਾਂ ਜੀ। ਜ਼ਿਮੀਂਦਾਰਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਪਿਤਾ ਜ਼ਿਮੀਂਦਾਰ ਨੇ, ਕਿਰਤ ਕਰਦੇ ਨੇ, ਖੇਤੀ ਕਰਦੇ ਨੇ। ਮਾਂ ਬਾਪ ਨੇ ਨਾਂ ਰੱਖਿਆ ਬੂੜਾ। ਬੱਬੇ ਦਲੌਂਕੜ ਰਾੜੇ ਨੂੰ ਕੰਨਾ ਬੂੜਾ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸ਼ਬਦ ਲਿਖੇ ਨੇ, ਬੂੜਾ ਬੁੱਢਾ ਇੱਕ ਮਨ ਧਿਆਵੈ। ਦੂਸਰੀ ਅਰਜ਼ 1506 ਤੋਂ ਬਾਅਦ 1518 ਵਿੱਚ 12 ਸਾਲਾਂ ਦੀ ਉਮਰ ਸੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਾਪ ਹੋਇਆ। ਦੀਦਾਰ ਕੀਤੇ। ਗੁਰੂ ਬਾਬਾ ਜੀ ਦੇ ਕੋਲੋਂ, ਗੁਰੂ ਨਾਨਕ ਸਾਹਿਬ ਕੋਲੋਂ ਬਾਣੀ ਦਾ ਸ਼ਬਦ ਕੀਰਤਨ ਸੁਣਿਆ। ਭਾਈ ਮਰਦਾਨਾ ਜੀ ਨਾਲ ਨੇ ਦੁੱਧ ਦਾ ਗੜਵਾ ਅੱਗੇ ਰੱਖਿਆ ਤੇ ਦੋ ਬੇਨਤੀਆਂ ਕੀਤੀਆਂ। ਧੰਨ ਗੁਰੂ ਨਾਨਕ ਸਾਹਿਬ, ਜੰਮਣਾ ਮਰਨਾ ਮੁਕਾ ਦਿਓ ਤੇ ਮੌਤ ਦਾ ਡਰ ਜ਼ਿੰਦਗੀ ਵਿੱਚੋਂ ਕੱਟ ਦਿਓ। ਤੇ ਗੁਰੂ ਬਾਬੇ ਆਖਿਆ 12 ਸਾਲ ਦੀ ਉਮਰ, ਜੰਮਣ ਮਰਨ ਦਾ ਖਿਆਲ ਤੇ ਮੌਤ ਦਾ ਖਿਆਲ ਤੇਰੇ ਮਨ ਵਿੱਚ ਕਿੱਥੋਂ ਆਇਆ? ਤੇ ਬੋਲ ਬੜੇ ਪਿਆਰੇ ਕਹੇ। ਇੱਕ ਦਿਨ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਮੱਝਾਂ ਚਾਰਨ ਗਿਆ ਤੇ ਸਮੇਂ ਦੇ ਹਾਕਮ ਦੀਆਂ ਫੌਜਾਂ ਦੇ ਘੋੜੇ ਆਏ ਤੇ ਜਿਹੜੀ ਫਸਲ ਖੇਤਾਂ ਦੇ ਵਿੱਚ ਬੀਜੀ ਅਜੇ ਉੱਗੀ ਹੈ, ਅਜੇ ਬਾਹਰ ਆਈ ਹੈ, ਘੋੜਿਆਂ ਦੇ ਪੈਰਾਂ ਥੱਲੇ ਦਰੜੀ ਗਈ। ਜਿਹੜੀ ਡੱਡਰੀ ਸੀ ਹਰੀ ਭਰੀ ਘੋੜਿਆਂ ਚਰ ਲਈ ਤੇ ਜਿਹੜੀ ਪੱਕੀ ਫਸਲ ਹਾਕਮ ਵੱਢ ਕੇ ਲੈ ਗਿਆ। ਕਹਿਣ ਲੱਗੇ ਉਹਨਾਂ ਖੇਤਾਂ ਵੱਲ ਵੇਖ ਕੇ, ਉਜੜੀ ਹੋਈ ਖੇਤੀ ਵੱਲ ਵੇਖ ਕੇ ਮਨ ਵਿੱਚ ਖਿਆਲ ਆਇਆ, ਉਹ ਬੂੜਿਆ ਇਹ ਸਰੀਰ ਵੀ ਤਾਂ ਰੱਬ ਦੀ ਖੇਤੀ ਹੈ ਤੇ ਪਤਾ ਨਹੀਂ ਉਹ ਮਾਲਕ ਕਿਹੜੇ ਵੇਲੇ ਤੈਨੂੰ ਦੁਨੀਆ ਤੋਂ ਲੈ ਜਾਏ। ਮਨ 'ਚ ਖਿਆਲ ਆਇਆ ਦਾਤਾ, ਮੌਤ ਦਾ ਖਿਆਲ ਇੱਦਾਂ ਆਇਆ ਜੀ, ਜੰਮਣ ਮਰਨ ਦਾ ਖਿਆਲ ਇੱਦਾਂ ਆਇਆ ਜੀ। ਕੁੱਟ ਕੇ ਗਲਵਕੜੀ 'ਚ ਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਹੁਣ ਇਹ ਗੱਲ ਤਵੱਜੋ ਦਿਆ ਜੀ, ਗੁਰੂ ਨਾਨਕ ਸਾਹਿਬ ਨੇ ਗਲਵਕੜੀ 'ਚ ਲਿਆ ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦਾ ਸਮਾਂ ਆਇਆ ਨਾ, ਇੱਕ ਪਾਸੇ ਪਿਆਰਿਓ ਭਾਈ ਭਾਨਾ ਬਾਬਾ ਬੁੱਢਾ ਜੀ ਦਾ ਪੁੱਤਰ, ਇੱਕ ਪਾਸੇ ਭਾਈ ਲੰਗਾ, ਇੱਕ ਪਾਸੇ ਭਾਈ ਗੁਰਦਾਸ ਤੇ ਇੱਕ ਪਾਸੇ ਭਾਈ ਜੇਠਾ ਮੋਢਾ ਦਿੱਤਾ ਇਹਨਾਂ ਸਾਰਿਆਂ ਨੇ ਬਾਬਾ ਬੁੱਢਾ ਜੀ ਦੀ ਅਰਥੀ ਨੂੰ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ ਗੁਰੂ ਕੇ ਸਿੱਖ ਨੂੰ, ਭਾਈ ਜੇਠੇ ਨੂੰ, ਕਹਿਣ ਲੱਗੇ ਪਿਆਰਿਆ ਪਾਸੇ ਹੋ ਜਰਾ ਕ, ਇਹਨੇ ਪਾਲਕੀ ਨੂੰ ਤੇ ਮੋਢਾ ਨਹੀਂ ਦੇਣ ਦਿੱਤਾ, ਇਹਦੀ ਅਰਥੀ ਨੂੰ ਮੋਢਾ ਦੇ ਲਈਏ। ਪਿਆਰਿਓ, ਜਿਹਨੂੰ ਕਦੇ ਗੁਰੂ ਨਾਨਕ ਦੀ ਗਲਵਕੜੀ ਪ੍ਰਾਪਤ ਹੋਈ, ਮੈਂ ਕੇਵਲ ਸ਼ਬਦ ਗਲਵਕੜੀ ਤੋਂ, ਕਿਉਂਕਿ ਬਾਬਾ ਬੁੱਢਾ ਜੀ ਦਾ ਜੀਵਨ ਬੜਾ ਲੰਮੇਰਾ ਹੈ, ਆਪਾਂ ਟੂ ਦੀ ਪੁਆਇੰਟ ਗੱਲ ਕਰਦੇ ਜਾਵਾਂਗੇ, ਸੰਖੇਪ ਵਿੱਚ ਸਮੇਂ ਦੇ ਦਾਇਰੇ ਅੰਦਰ ਰਹਿ ਕੇ ਵਿਚਾਰਾਂ ਕਰਦੇ ਜਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਗਲਵਕੜੀ 'ਚ ਲਿਆ ਤੇ ਇੱਕ ਬਚਨ ਆਖਿਆ। ਕਹਿਣ ਲੱਗੇ ਮਾਂ ਬਾਪ ਨੇ ਤੇਰਾ ਨਾਂ ਬੂੜਾ ਰੱਖਿਆ ਹੈ, ਪਰ ਸਾਰਾ ਜਗਤ ਤੈਨੂੰ ਬਾਬੇ ਬੁੱਢੇ ਦੇ ਨਾਂ ਨਾਲ ਚੇਤੇ ਕਰੇਗਾ। ਤੇ ਇੱਕ ਬਖਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਨੇ। ਕਹਿਣ ਲੱਗੇ ਬੁੱਢਿਆ ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂਗਾ, ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂਗਾ।
ਸਮਾਂ ਆਪਣੀ ਵਿਚਾਰ ਚੱਲਿਆ। ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਹੁਣ ਵੇਖੋ, ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ, ਨਗਰ ਨੂੰ ਵਸਾਉਣਾ ਨਾ, ਰਾਵੀ ਦੇ ਕੰਢੇ ਜ਼ਮੀਨ ਖਰੀਦੀ। ਹੁਣ ਆਹ ਗੱਲ ਤਵੱਜੋ ਦੇਣਾ ਜੀ। ਤੇ ਬਾਬਾ ਬੁੱਢਾ ਜੀ ਬੜੇ ਚਾਅ ਨਾਲ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਦਾਤਾ ਇੱਥੇ ਨਗਰ ਵਸਾਵਾਂਗੇ, ਉਹਦਾ ਨਾਂ ਰੱਖਾਂਗੇ ਨਾਨਕਪੁਰਾ। ਆਹ ਗੱਲ ਬਾਬਾ ਬੁੱਢਾ ਜੀ ਨੇ ਕਹੀ, ਇਸ ਧਰਤੀ ਤੇ ਨਗਰ ਵਸਾਵਾਂਗੇ ਤੇ ਉਸ ਨਗਰ ਦਾ ਨਾਂ ਗੁਰੂ ਨਾਨਕ ਸਾਹਿਬ ਤੁਹਾਡੇ ਨਾਂ ਤੇ ਰੱਖਾਂਗੇ, ਨਾਨਕਪੁਰਾ। ਗੁਰੂ ਨਾਨਕ ਸਾਹਿਬ ਅੱਗੋਂ ਹੱਸ ਕੇ ਕਹਿੰਦੇ ਨੇ, ਕਹਿੰਦੇ ਜ਼ਮੀਨ ਕਿਹਦੀ ਹੈ? ਕਹਿਣ ਲੱਗੇ ਗੁਰੂ ਦੀ, ਗੁਰੂ ਨਾਨਕ ਦੀ। ਕਹਿਣ ਲੱਗੇ ਨਾਨਕ ਕਿਹਦਾ ਹੈ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਨੇ ਨਾਨਕ ਕਿਹਦਾ ਹੈ? ਬਾਬਾ ਬੁੱਢਾ ਜੀ ਕਹਿਣ ਲੱਗੇ ਕਰਤਾਰ ਦਾ। ਕਹਿਣ ਲੱਗੇ ਫਿਰ ਇੱਥੇ ਨਾਨਕਪੁਰਾ ਨਹੀਂ ਵਸੇਗਾ, ਇੱਥੇ ਵਸੇਗਾ ਤੇ ਕਰਤਾਰਪੁਰਾ ਵਸੇਗਾ। ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਉਹ ਕਰਤਾਰਪੁਰ ਦਾ ਨਗਰ ਵਸਿਆ। ਕਰਤਾਰਪੁਰ ਸਾਹਿਬ ਦੀ ਧਰਤੀ ਜਿਹਦੇ ਦੀਦਾਰ ਕਰਨ ਕਈ ਵਾਰੀ ਦੀਦਾਰਾਂ ਦੀ ਲੋਚਾ ਸਾਡੇ ਮਨ ਅੰਦਰ ਹੁੰਦੀ। ਚਲੋ ਸਮਾਂ ਸੀਮਤ ਹੈ, ਜਿਹੜੀ ਅਗਲੀ ਅਰਜ਼ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਨੇ ਵੇਖੋ, ਬਾਬਾ ਬੁੱਢਾ ਜੀ ਜਿਨ੍ਹਾਂ ਨੇ 5 ਗੁਰੂ ਸਾਹਿਬਾਨਾਂ ਨੂੰ ਗੁਰਿਆਈ ਦੀ ਮਰਿਆਦਾ ਆਪਣੇ ਹੱਥਾਂ ਨਾਲ ਨਿਭਾਈ। 6 ਗੁਰੂਆਂ ਦੇ ਉਹਨਾਂ ਨੇ ਦੀਦਾਰ ਕੀਤੇ। ਪਿਆਰਿਓ, ਵਿਦਵਾਨ ਤੇ ਕਹਿੰਦੇ ਨੇ 8 ਗੁਰੂ ਸਾਹਿਬਾਨ ਦੇ, 8 ਗੁਰੂ ਸਾਹਿਬਾਨ। ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਗੁਰੂ ਨਹੀਂ ਸੀ ਬਣੇ, ਪਰ ਤਿਆਗ ਮੱਲ ਦੇ ਰੂਪ ਵਿੱਚ ਉਹਨਾਂ ਦੇ ਦੀਦਾਰ ਵੀ ਕਰ ਚੁੱਕੇ ਨੇ। ਬਾਬੇ ਗੁਰਦਿੱਤੇ ਦੇ ਪੁੱਤਰ ਪਿਆਰਿਓ ਹਰ ਰਾਏ ਜੀ ਦੇ ਦੀਦਾਰ ਵੀ ਉਹ ਕਰ ਚੁੱਕੇ ਨੇ। ਇੱਦਾਂ ਉਹਨਾਂ ਨੇ 8 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਨੇ। 5 ਗੁਰੂ ਸਾਹਿਬਾਨ ਨੂੰ ਉਹਨਾਂ ਨੇ ਗੁਰਿਆਈ ਦੀ ਮਰਿਆਦਾ ਉਹਨਾਂ ਨੇ ਨਿਭਾਈ ਹੈ। ਇਸ ਤੋਂ ਜੇ ਅਗਾਂਹ ਚੱਲਣ ਦਾ ਆਪਾਂ ਯਤਨ ਕਰੀਏ, 113 ਸਾਲ ਦੀ ਸੇਵਾ ਉਹਨਾਂ ਨੇ ਗੁਰੂ ਨਾਨਕ ਦੇ ਘਰ ਵਿੱਚ ਕੀਤੀ ਹੈ। ਤੇ ਛੋਟੀ ਜੀ ਅਰਜ਼ ਕਰਾਂ, ਜਿਸ ਦਿਨ ਧੰਨ ਗੁਰੂ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕੀਤੇ ਨਾ, ਅੱਜ ਦੇ ਦਿਨ 1631 ਗੁਰਮੁਖੋ, ਜਿਸ ਦਿਨ ਬਾਬਾ ਬੁੱਢਾ ਜੀ ਅਕਾਲ ਚਲਾਣਾ ਕੀਤੇ ਨੇ, ਇਤਿਹਾਸ ਦੇ ਪੰਨੇ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ, ਜਲ ਵਹਿ ਤੁਰਿਆ। ਤੇ ਗੁਰਸਿੱਖਾਂ ਆਖਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਅੱਖਾਂ ਵਿੱਚੋਂ ਨੀਰ ਕਿਉਂ? ਕਹਿਣ ਲੱਗੇ ਇਹ ਗਮੀ ਦੇ ਜਾਂ ਦੁਖੀ ਹੋਣ ਦੇ ਅਥਰੂ ਨਹੀਂ, ਇਹ ਖੁਸ਼ੀ ਦੇ ਅਥਰੂ ਨੇ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ 125 ਵਰੇ ਦੁਨੀਆ ਦੇ ਤਖਤੇ ਤੇ ਬਤੀਤ ਕਰਕੇ ਗਏ। 113 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਗਏ ਤੇ 113 ਸਾਲਾਂ ਦੀ ਉਮਰ ਵਿੱਚ ਇੱਕ ਵੀ ਦਾਗ ਬਾਬੇ ਬੁੱਢੇ ਨੇ ਆਪਣੇ ਤਨ ਤੇ ਨਹੀਂ ਲੱਗਣ ਦਿੱਤਾ। ਪਿਆਰਿਓ, ਇਦਾਂ ਦਾ ਜੀਵਨ ਹੈ ਉਹਨਾਂ ਦਾ। ਮੈਂ ਵਾਪਸ ਵਿਸ਼ੇ ਤੇ ਆ ਜਾਵਾਂ। ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ ਤੋਂ ਬਾਅਦ ਸਮਾਂ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਆਉਂਦਾ ਹੈ। ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਨੇ ਹੁਣ ਵੇਖੋ, ਸਭ ਤੋਂ ਪਹਿਲਾਂ ਜਿਹੜਾ ਮੱਥਾ ਗੁਰੂ ਅੰਗਦ ਸਾਹਿਬ ਨੂੰ ਟੇਕਿਆ ਨਾ, ਉਹ ਗੁਰੂ ਨਾਨਕ ਸਾਹਿਬ ਨੇ ਟੇਕਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਜਿਹੜਾ ਦੂਜਾ ਮੱਥਾ ਗੁਰੂ ਅੰਗਦ ਸਾਹਿਬ ਨੂੰ ਟੇਕਿਆ, ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਟੇਕਿਆ। ਪਿਆਰਿਓ, ਇਸ ਤੋਂ ਅਗਲੀ ਵਿਚਾਰ ਹੁਣ ਧੰਨ ਗੁਰੂ ਅੰਗਦ ਸਾਹਿਬ ਦਾਤਾ ਜੀ ਗੁਰਿਆਈ ਦੇ ਤਖਤ ਉੱਤੇ ਸ਼ਿਸ਼ੋਭਤ ਹੋ ਗਏ। ਟਿਕਾਣਾ ਕਿੱਥੇ ਕੀਤਾ? ਜਾ ਕੇ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਵਿਰਾਈ ਜੀ ਦੇ ਘਰ ਵਿੱਚ। ਬਾਬਾ ਬੁੱਢਾ ਸਾਹਿਬ ਜੀ ਤੇ ਕਰਤਾਰਪੁਰ ਹੀ ਨੇ। ਗੁਰੂ ਅੰਗਦ ਸਾਹਿਬ ਦਾਤਾ ਜੀ ਖਡੂਰ ਸਾਹਿਬ ਮਾਤਾ ਵਿਰਾਈ ਜੀ ਦੇ ਘਰ ਟਿਕਾਣਾ ਕਰ ਲਿਆ। ਸੰਗਤਾਂ ਲੱਭ ਰਹੀਆਂ ਨੇ ਗੁਰੂ ਅੰਗਦ ਸਾਹਿਬ ਦੇ ਦੀਦਾਰ ਹੋਣ। ਗੁਰੂ ਅੰਗਦ ਸਾਹਿਬ ਲੱਭ ਨਹੀਂ ਰਹੇ। ਸੰਗਤਾਂ ਵਿੱਚ ਤੜਫ ਹੈ, ਉਹਨਾਂ ਦੇ ਅੰਦਰ ਬੇਬਲਤਾ ਹੈ। ਤੇ ਇੱਕ ਗੁਰਸਿੱਖ ਨੇ ਆਖਿਆ, ਕਹਿਣ ਲੱਗੇ ਗੁਰੂ ਸਾਹਿਬ ਦਾ ਪਤਾ ਬਾਬਾ ਬੁੱਢਾ ਜੀ ਤੋਂ ਲੱਗੇਗਾ ਵੀ ਗੁਰੂ ਅੰਗਦ ਸਾਹਿਬ ਦਾਤਾ ਜੀ ਕਿੱਥੇ ਨੇ। ਬਾਬਾ ਬੁੱਢਾ ਜੀ ਕੋਲ ਆਈਆਂ ਸਿੱਖ ਸੰਗਤਾਂ ਉਹਨਾਂ ਨੂੰ ਨਾਲ ਲਿਆ, ਮਾਤਾ ਵਿਰਾਈ ਦੇ ਘਰ ਪਹੁੰਚੇ। ਮਾਤਾ ਵਿਰਾਈ ਜੀ ਨੂੰ ਪੁੱਛਿਆ, ਗੁਰਮੁਖੋ ਉਹਨਾਂ ਨੇ ਕੁਝ ਨਹੀਂ ਬੋਲਿਆ। ਪਤਾ ਲੱਗ ਗਿਆ ਵੀ ਗੁਰੂ ਅੰਗਦ ਸਾਹਿਬ ਦਾਤਾ ਜੀ ਮਾਈ ਵਿਰਾਈ ਦੇ ਘਰ ਵਿੱਚ, ਮਾਤਾ ਵਿਰਾਈ ਜੀ ਦੇ ਘਰ ਵਿੱਚ ਨੇ।
ਉਹਨਾਂ ਦੇ ਘਰ ਦੇ ਵਿਹੜੇ ਵਿੱਚ कमरे दे दरवाजे जिहड़ा कमरे दा दरवाजा बंद न सिख संगतां नूं आखिया कहण लगे नाल रबाबियां नूं आखिया विहड़े विच बह के कहण लगे कीर्तन करो शब्द गाओ बाबे नानक दी बाणी दा। जदों बाबे दी बाणी दा शब्द गाओगे गुरु नानक दी जोत अपने आप अंदरों बाहर आके प्रगट हो जाएगी। इदां ही कीता। माता विराई दे विहड़े विच बह के धन गुरु नानक जी के चरणों तो वरसाए हुए सिख बाबा बुढ़ा जी भाई सत्ते बलवंड वर्गे रबाबी जी ते गुरु की संगतां ने बह के कीर्तन किया शब्द गाए। धन गुरु अंगद साहिब दाता जी अंदरों बाहर आए कुट के बाबा बुढ़ा साहिब नूं गलवकड़ी च लिया ते सारियां संगतां नूं एक गल कही कहण लगे जे गुरु नूं प्रगट करना ना ते कदे शब्द दा पल्ला बाणी दा पल्ला ना छड्डिओ। ਜਿਹੜੇ शब्द नाल जुड़ जाते हैं वो गुरु नूं प्रगट कर लेंदे ने क्योंकि शब्द ते गुरु दोवें एक मिक ने। इस तो अगां चलीए समा धन गुरु अंगद साहिब महाराज ने हुण धन गुरु अंगद साहिब महाराज जी कहिंदे ने बाबा बुढ़ा जी धन गुरु अंगद साहिब नूं कहिंदे ने सच्चे सतगुरु जी कोई उपदेश दिओ कोई उपदेश सुनाओ मैनूं। ते अगों गुरु अंगद साहिब जी आवाज़ दे के कहिंदे ने तिनको क्या उपदेशी है जिन गुरु नानक देओ। जिन्हों गुरु नानक ने उपदेश दिता होवे उन्होंने असीं की उपदेश देवांगे। धन गुरु अमरदास महाराज का समा आया। हुण वेखो गुरियाई की रस्म फिर धन गुरु अंगद साहिब तो बाद जदों धन गुरु अमरदास महाराज ने गुरियाई की रस्म जिहड़ी है फिर बाबा बुढ़ा साहिब जी ने गुरु अमरदास महाराज जी नूं गुरियाई की रस्म निभाई है। गुरियाई के तख्त उत्ते गुरु अमरदास महाराज सुशोभित होए। हुण गोइंदवाल साहिब की धरती है बौली का टक लाउणा जी वेखियो कदे बौली का टक लाउणा ते आवाज़ किनू मारी धन धन बाबा बुढ़ा साहिब जी नूं। बौली का टक लाउण की सेवा भी बाबा बुढ़ा साहिब जी ने निभाई। गुरु अमरदास महाराज ने बख्शिश की सी बाबा बुढ़ा जी ते कहण लगे बाबा बुढ़ा सिखी की हद है। ये गुरु अमरदास महाराज की बख्शिश है। धन गुरु रामदास महाराज गुरमुखो धन गुरु रामदास महाराज हुण जिहड़ी जमीन खरीदी गई धन गुरु रामदास महाराज ने उत्थे सरोवर बनाउणा ना जिन्हों आपां अमृतसर दा सरोवर कहने अमृतसर दा सरोवर जिथे दरबार साहिब शोभनीक है उस सरोवर दा टक लाउण वाले भी धन धन बाबा बुढ़ा साहिब जी ने। प्यारिओ इस तो आगां समा धन गुरु अर्जन साहिब दाता जी का। हुण धन गुरु रामदास महाराज ने पूछया सी बाबा बुढ़ा जी गुरियाई किनूं देनी है तो बाबा बुढ़ा जी ने आख्या सी धन गुरु रामदास महाराज गुरियाई दे लायक ते सब तो छोटा पुत्र अर्जन है ते लाहौर तो गुरु अर्जन साहिब नूं लैके आउण वाले भी बाबा बुढ़ा साहिब जी। गुरियाई की रस्म निभाई। गुरु अर्जन साहिब दाता जी गुरियाई के तख्त ते सुशोभित हो गए। हुण वेखो सचखंड श्री दरबार साहिब की तैयारी हो गई। उहदे तो बाद गुरु ग्रंथ साहिब जी की भीड़ तैयार करनी। भाई गुरदास जी नूं लखारी लाया। भाई बन्नों जी जिहड़े कलम ते स्याही तैयार कर करके देंदे ने ये गुरु के सिख प्यारे इन्हां दीयां सेवावां ने। ते जदों हुण वेखो ये कारज है लमेरा समा लगना इस कारज नूं गुरु अर्जन साहिब दाता जी भीड़ की तैयारी करवाउंदे ने रामसर सरोवर के कंढे ते इधर दरबार साहिब दे विच संगतां नूं गुरबाणी सरवण करवाउण दी संगतां नूं गुरबाणी दा उपदेश सरवण करवाउण दी सेवा धन गुरु अर्जन साहिब दाता जी महाराज ने बाबा बुढ़ा साहिब दी ला दित्ती कि साडे तो बाद असीं इस कारज नूं भीड़ की सेवा भीड़ तैयार करवाउण दी सेवा निभाउणी है ते संगतां नूं गुरबाणी नाल गुर उपदेश नाल जोड़न की सेवा तुसां ने निभाउणी है। गुरमुखो भीड़ तैयार हो गई। जदों भीड़ तैयार हो गई ना ते जिस आसन के उत्ते जिथे गुरु अर्जन साहिब दाता जी सुशोभित हुंदे ने भीड़ नूं उत्थे सुशोभित किया गया ते गुरु अर्जन साहिब दाता जी महाराज जी दा जिहड़ी चादर है ना वो उस भीड़ के थल्ले आसन के थल्ले आसन गुरु अर्जन साहिब ने लाया। वो आसन लाउण वाले भी धन धन बाबा बुढ़ा साहिब जी। किन्नियां कुछ सेवावां इस प्यारे ने
गुरसिख ने निभाइयां। हुण बीड़ प्रकाश करनी, वेखो बीड़ प्रकाश करन तो पहलां सितंबर 1604 तो पहलां कहंदे रात नूं बीड़ सुशोभित हो गई, गुरु के सिख सौ गए, बाबा बुढ़ा जी पै गए, पर धन गुरु अर्जन साहिब दाता जी महाराज सारी रात नहीं सुते। ना सौण का कारण प्यारिओ, ना सौण का कारण कि इस बीड़ की सेवा की जिम्मेवारी किहदी लाईए। बीड़ का प्रकाश कौन करे? गुरु अर्जन साहिब दाता जी वेख रहे ने, गुरसिख सुते पे ने, कल्ले कल्ले गुरसिख वाल नज़र मारी। इतिहास कहता है गुरसिखां दे चरनां वाले पासे बाबा बुढ़ा जी सुते ने। नज़र बाबा बुढ़ा जी ते गई, मन गदगद हो उठिया, कहन लगे बीड़ का प्रकाश करन दी सेवा बाबा बुढ़ा जी तो करवाउणी है। बीड़ का प्रकाश करन दी सेवा बाबा बुढ़ा जी तो करवाउणी है। प्यारिओ, धन धन बाबा बुढ़ा साहिब जी। उन अगला दिन चढ़िया, संगतां आईयां, गुरु अर्जन साहिब बैठे ने, बाबा बुढ़ा साहिब जी आए। बाबा बुढ़ा साहिब जी संगतां विच सब तो पिछे जाके बह गए। धन गुरु अर्जन साहिब ने बाबा बुढ़ा साहिब जी नूं आवाज़ मार के ते एक बचन आखिया, कहन लगे बाबा बुढ़ा साहिब जी, बीड़ तुसां दे सीस ते सुशोभित करनी आ, तुसीं अगे अगे चलोगे, असीं पिछे पिछे चलांगे। वेखो बाबा बुढ़ा जी का जीवन। प्यारिओ, सचखंड श्री दरबार साहिब के अंदर बीड़ नूं प्रकाश किया। तो पहला हुक्मनामा लैण वाले आपां बाणी च पढ़ते हैं ना, सूही महला पंजवां, कृपालता करियो, संतां के कारज आप खलोया। फिर बोले एक बार जी, संतां के कारज आप खलोया, हर कम करावण आया राम, तरत सुहावी ताल सुहावा, विच अमृत जल छाया राम। एक बेनती करके आपां संपूर्णता वाल चलीए। वेखो धन गुरु अर्जन साहिब दाता जी के घर विच अजे कोई औलाद नहीं। आनंद कारज हो गया गुरु अर्जन साहिब ते माता गंगा जी का, पर औलाद कोई नहीं। तो जदों माता गंगा जी ने गुरु अर्जन साहिब नूं कहा, तो की कहा गुरु अर्जन साहिब ने? कहन लगे जाओ बीड़ विच ते बाबा बुढ़ा साहिब जी दे कोलों अरदास करवाओ। देखो, जाओ अरदास करवाओ बाबा बुढ़ा साहिब जी दे कोलों। गए जी, माता गंगा जी प्रशादा तैयार किया, गुरसिखां नूं नाल लिया, गए बीड़ विच। अगे खेतां विच काम करदे पए ने, नाल गुरसिख ने। पता लगा माता गंगा जी आ रहे ने, काम कार छड्ड के अगों हो तुरे ने बाबा बुढ़ा साहिब जी, अगों आप तुर पए ने। पहुँचे माता गंगा जी कोल, ते कोल आके कहन लगे, मां, एक पुत्र दे अंदर दी भुख नूं केवल मां ही जान सकदी है, होर कोई नहीं जान सकदा। प्रशादा पानी छकिया, दसिया गुरु अर्जन साहिब ने भेजिया, ते इस कारज लई धन धन बाबा बुढ़ा साहिब जी ने हथ जोड़ के सिख संगतां नूं नाल लै, मात गंगा जी नूं, माता गंगा जी नूं नाल लै, अकाल पुरख परमात्मा दे चरनां विच अरदास कीती। गुरमुखो, ते धन गुरु हरगोबिंद साहिब दाता जी महाराज जी की आमद हुई। धन गुरु हरगोबिंद साहिब जी की आमद हुई। हुण जदों आमद हुई गुरु हरगोबिंद साहिब महाराज जी की, गुरु अर्जन साहिब महाराज दे कोल फिर बाबा बुढ़ा साहिब जी आए, ते सारे विचार करते ने ना कौन रखेगा। ते धन गुरु अर्जन साहिब कहन लगे, जिन्हें अरदास की है ना भी उही रखेगा। गुरु अर्जन साहिब जी के सपुत्र का नाम धन गुरु हरगोबिंद साहिब, जिहड़ा हरगोबिंद नाम है, ये भी बाबा बुढ़ा साहिब जी का रखिया होया है। प्यारिओ, इस तो होर जे अगां चलते जाइए, बाबा बुढ़ा जी की सेवा लगी धन गुरु हरगोबिंद साहिब जी नूं पढ़ाउण दी। इतिहास के पन्ने कहते हैं 64 विद्या जिहड़ियां ने बाबा बुढ़ा साहिब जी ने पढ़ाइयां ने। 64 विद्या के ज्ञाता बाबा बुढ़ा जी। गुरमुखो, उन्होंने वो विद्या जिहड़ियां ने धन गुरु हरगोबिंद साहिब सच्चे पातशाह जी महाराज नूं पढ़ाइयां ने। समा अपनी चाल चलदा गया। हुण कदे बीड़ तो चल के पैदल आउंदे ने बाबा बुढ़ा जी, उम्र वडेरी है, लगभग कोई 115 कु सालां दी अर्ज आ।
ਵੇਖੋ ਜੀ, ਪੈਦਲ ਚੱਲ ਕੇ ਆਉਂਦੇ ਨੇ ਰੋਜ਼। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਨਾ ਆਇਆ ਕਰੋ, ਉਮਰ ਵਡੇਰੀ ਹੋ ਗਈ, ਅਸੀਂ ਖੁਦ ਚੱਲ ਕੇ ਆ ਜਾਇਆ ਕਰਾਂਗੇ, ਤੁਹਾਨੂੰ ਦਰਸ਼ਨ ਦੇਣ ਆਇਆ ਕਰਾਂਗੇ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਕਹਿਣ ਲੱਗੇ ਨਹੀਂ, ਸਿੱਖ ਦਾ ਫਰਜ਼ ਬਣਦਾ ਆਪਣੇ ਗੁਰੂ ਕੋਲ ਆਉਣਾ। ਜਦ ਤੱਕ ਸਾਹ ਚੱਲਦੇ ਨੇ ਗੁਰੂ ਹਰਗੋਬਿੰਦ ਸਾਹਿਬ ਦਾਤਾ, ਤੁਹਾਡੇ ਦੀਦਾਰ ਕਰਨ ਇਸੇ ਤਰ੍ਹਾਂ ਆਉਂਦਾ ਹੀ ਰਹਾਂਗਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਹਾਡੇ ਸਦਕ ਨੂੰ ਨਮਸਕਾਰ, ਪਰ ਪੈਦਲ ਨਹੀਂ ਆਓਗੇ। ਇੱਕ ਪਾਲਕੀ 2 ਸਿੱਖ ਦਿੰਨੇ ਆ, ਪਾਲਕੀ ਦਿੱਤੀ, ਗੁਰਸਿੱਖ ਦਿੱਤੇ 2 ਗੁਰਮੁਖੋ, ਤੇ ਪਾਲਕੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਬਹਿੰਦੇ ਨੇ। ਗੁਰਸਿੱਖ ਪਾਲਕੀ ਨੂੰ ਮੋਢਾ ਦੇ ਕੇ ਲੈ ਕੇ ਤੁਰੇ ਆਉਂਦੇ ਨੇ। ਤੇ ਇੱਕ ਦਿਨ ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਖੜੇ ਨੇ, ਗੁਰਸਿੱਖ ਪਾਲਕੀ ਲੈ ਕੇ ਤੁਰੇ ਆਉਂਦੇ ਨੇ। ਤੇ ਇੱਕ ਗੁਰਸਿੱਖ ਨੂੰ ਇਸ਼ਾਰੇ ਨਾਲ ਕਹਿਣ ਲੱਗੇ, ਪਰੇ ਹੋ, ਅਸੀਂ ਪਾਲਕੀ ਨੂੰ ਮੋਢਾ ਦੇ ਲਈਏ। ਬਾਬਾ ਬੁੱਢਾ ਸਾਹਿਬ ਦੀ ਪਾਲਕੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਦਿੱਤਾ ਤੇ ਅੰਦਰੋਂ ਉਸੇ ਵੇਲੇ ਆਵਾਜ਼ ਆਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ, ਪਾਲਕੀ ਦੇ ਥੱਲਿਓਂ ਮੋਢਾ ਕੱਢ ਲਓ, ਨਹੀਂ ਤੇ ਛਾਲ ਮਾਰ ਦਿਆਂਗਾ। ਪਾਲਕੀ ਥੱਲਿਓਂ ਮੋਢਾ ਕੱਢਿਆ ਤੇ ਨਾਲ ਹੀ 6ਵੇਂ ਪਾਤਸ਼ਾਹ ਨੇ ਪੁੱਛਿਆ, ਬਾਬਾ ਬੁੱਢਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਮੋਢਾ ਦੇ ਦਿੱਤਾ? ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਦੇ ਦਿੱਤਾ। ਹੱਥ ਜੋੜ ਕੇ ਕਹਿੰਦੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਸੀ ਨਾ ਕਿ ਮੋਢਾ ਦੇਣਾ ਹੈ, ਕਹਿਣ ਲੱਗੇ ਮੈਨੂੰ ਤੇ ਪਤਾ ਉਦੋਂ ਹੀ ਲੱਗ ਗਿਆ ਸੀ, ਬਾਬੇ ਨਾਨਕ ਦੀ ਬਖਸ਼ਿਸ਼ ਹੈ, ਬੁੜਿਆ ਤੇਰੇ ਤੋਂ ਕਦੀ ਓਹਲੇ ਨਹੀਂ ਹੋਵਾਂਗਾ। ਹੱਥ ਜੁੜ ਗਏ ਬਾਬਾ ਬੁੱਢਾ ਸਾਹਿਬ ਜੀ ਦੇ, ਨੇਤਰਾਂ ਦੇ ਵਿੱਚ ਬੈਰਾਗ ਅਥਰੂ। ਤੇ ਇੱਕ ਗੱਲ ਕਹੀ, ਕਹਿਣ ਲੱਗੇ, ਧੰਨ ਗੁਰੂ ਹਰਗੋਬਿੰਦ ਸਾਹਿਬਾ ਸੱਚਿਆ ਪਾਤਸ਼ਾਹ, ਜੇ ਮੋਢਾ ਹੀ ਦੇਣਾ ਨਾ, ਮੇਰੀ ਪਾਲਕੀ ਨੂੰ ਨਾ ਦੇ, ਮੇਰੀ ਅਰਥੀ ਨੂੰ ਮੋਢਾ ਜ਼ਰੂਰ ਦੇ ਦਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੀਆਂ ਕਿਰਪਾਨਾਂ ਨਿਭਾਉਣ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਨੀਂਹ ਰੱਖਣ ਵਾਲੇ ਨੇ, ਅਕਾਲ ਤਖਤ ਸਾਹਿਬ ਦੀ ਨੀਂਹ ਰੱਖਣ ਵਾਲੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ। ਪਿਆਰਿਓ, ਕਿੰਨੀਆਂ ਕੁ ਸੇਵਾਵਾਂ ਉਸ ਗੁਰਸਿੱਖ ਨੇ ਨਿਭਾਈਆਂ ਨੇ। ਤੇ ਜਦੋਂ ਅੰਤਲਾ ਸਮਾਂ ਆ ਗਿਆ, ਰਮਦਾਸ ਨਗਰ ਦੇ ਵਿੱਚ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ, ਮਹਾਰਾਜ ਜਦੋਂ ਮੇਰਾ ਅੰਤਲਾ ਸਮਾਂ ਆਵੇ ਤੁਸੀਂ ਮੇਰੇ ਕੋਲ ਜ਼ਰੂਰ ਹੋਇਓ, ਮੈਂ ਚਾਹੁੰਦਾ ਮੇਰਾ ਗੁਰੂ ਮੇਰੇ ਕੋਲ ਹੋਵੇ। ਤੇ ਇੱਕ ਗੁਰਸਿੱਖ ਦੇ ਕੋਲੋਂ ਰਮਦਾਸ ਤੋਂ ਸੁਨੇਹਾ ਭੇਜਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਮਹਾਰਾਜ ਗਏ ਨੇ ਰਮਦਾਸ ਨਗਰ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਏ। ਤੇ ਫਿਰ ਵੀ ਧੰਨ ਬਾਬਾ ਬੁੱਢਾ ਸਾਹਿਬ ਨੇ ਇੱਕ ਗੱਲ ਕਹੀ, ਮਹਾਰਾਜ ਜੀਵਨ ਵਿੱਚ ਵਿਚਰਦਿਆਂ ਮੇਰੇ ਕੋਲੋਂ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਬਸ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇੱਕ ਵਾਰ ਕਹਿ ਦਿਓ ਕਿ ਬਾਬੇ ਬੁੱਢੇ ਤੈਨੂੰ ਬਖਸ਼ ਦਿੱਤਾ, ਬਾਬਾ ਬੁੱਢਾ ਤੈਨੂੰ ਬਖਸ਼ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੋਲ ਬੜੇ ਪਿਆਰੇ ਕਹੇ, ਕਹਿਣ ਲੱਗੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਸਾਹਿਬ ਨੇ ਬੋਲ ਬੜੇ ਪਿਆਰੇ ਕਹੇ, ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦੀਦਾਰ ਕੀਤੇ ਹੋਣ, ਗੁਰੂ ਨਾਨਕ ਜਿਨ ਸੁਣਿਆ ਵੇਖਿਆ। ਕਰੋ ਕਿਰਪਾਲਤਾ, ਸਮਾਪਤੀ ਵੱਲ ਚਲੀਏ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਹੈ। ਕਹਿਣ ਲੱਗੇ, ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਹੋਵੇ, ਵੇਖਿਆ ਹੋਵੇ, ਗੁਰੂ ਨਾਨਕ ਦੀ ਗਲਵਕੜੀ ਦਾ ਨਿੱਘ ਮਾਣਿਆ ਹੋਵੇ, ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲਈਆਂ ਹੋਣ, ਉਹਨਾਂ ਦਾ ਤੇ ਜੰਮਣਾ ਮਰਨਾ ਕਟਿਆ ਜਾਂਦਾ ਹੈ। ਤੁਸੀਂ ਬਖਸ਼ੇ ਗਏ ਹੋ, ਗੁਰੂ ਨਾਨਕ ਦੀ ਬਖਸ਼ਿਸ਼ ਹੈ ਤੁਹਾਡੇ ਤੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਅਕਸਰ ਇੱਕ ਬਚਨ ਕਿਹਾ ਕਰਦੇ ਸਨ, ਕਹਿੰਦੇ, ਕਰੋ ਸਭ ਕਾਰ। ਆਹ ਬਚਨ ਧਿਆਨ ਦੇਣ ਜੋਗਾ ਜੀ ਬਾਬਾ ਬੁੱਢਾ ਜੀ ਦਾ। ਕਰੋ ਸਭ ਕਾਰ ਹੀਲਾ, ਕਾਹਦਾ? ਭਜਨ ਬੰਦਗੀ ਦਾ। ਵੇਖਿਓ ਜੀ, ਕਰੋ ਸਭ ਕਾਰ ਹੀਲਾ, ਭਜਨ ਬੰਦਗੀ ਦਾ। ਪਰ ਨਾਲ ਇੱਕ ਗੱਲ ਕਹੀ, ਕਹਿਣ ਲੱਗੇ, ਉਹ ਟੇਕ ਰੱਖਿਓ ਉਹਦੀਆਂ ਮਿਹਰਾਂ ਦੇ ਉੱਤੇ। ਜਿਹੜੀ ਟੇਕ ਰੱਖਣੀ ਆ ਨਾ, ਉਹਦੀਆਂ ਮਿਹਰਾਂ ਤੇ ਰੱਖਿਓ, ਗੁਰੂ ਦੀਆਂ ਮਿਹਰਾਂ ਦੇ ਉੱਤੇ ਤੁਸੀਂ ਟੇਕ ਰੱਖਿਓ।
ਭਜਨ ਬੰਦਗੀ ਕਾਰ ਦਾ ਹੀਲਾ ਜ਼ਰੂਰ ਕਰਿਆ ਜੇ। ਇਹ ਬਾਬਾ ਬੁੱਢਾ ਜੀ ਦੇ ਬੋਲ। ਸਮਾਂ ਆਇਆ 1631, 125 ਵਰ੍ਹਿਆਂ ਦੀ ਉਮਰ। ਤਨ ਵਿੱਚੋਂ ਬਾਬਾ ਬੁੱਢਾ ਜੀ ਬਾਣੀ ਪੜ੍ਹਦਿਆਂ ਜਦੋਂ ਇਸ ਸਰੀਰ ਵਿੱਚੋਂ ਆਖਰੀ ਸਵਾਸ ਨਿਕਲਿਆ, ਇਸ਼ਨਾਨ ਪਾਨ ਕਰਵਾਇਆ ਗਿਆ। ਇੱਕ ਪਾਸੇ ਭਾਈ ਭਾਨਾ ਜੀ, ਇੱਕ ਪਾਸੇ ਭਾਈ ਗੁਰਦਾਸ, ਇੱਕ ਪਾਸੇ ਭਾਈ ਜੇਠਾ, ਇੱਕ ਪਾਸੇ ਭਾਈ ਲੰਗਾ। ਤੇ ਜਦੋਂ ਚਾਰੇ ਜਾਣੇ ਗੁਰੂ ਕੇ ਸਿੱਖ ਤੁਰ ਪਏ, ਬਾਬਾ ਬੁੱਢਾ ਜੀ ਦੇ ਸਰੀਰ ਨੂੰ ਲੈ ਕੇ, ਅਰਥੀ ਨੂੰ ਲੈ ਕੇ ਜਦੋਂ ਤੁਰ ਪਏ ਨੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਮਹਾਰਾਜ, ਉਹਨਾਂ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਦਿੱਤਾ। ਪਿਆਰਿਓ, ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਤਿਹਾਸ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ, ਸਿੱਖੋ ਵਧਾਈਆਂ ਹੋਣ। ਵਧਾਈਆਂ ਕਹਿ ਦੀਆਂ, ਵਧਾਈਆਂ ਕਾਹਦੀਆਂ ਮਹਾਰਾਜ। ਬਾਬਾ ਬੁੱਢਾ ਸਾਹਿਬ ਚਲੇ ਗਏ, ਕਹਿੰਦੇ ਜਾਣਾ ਤਾਂ ਸਾਰਿਆਂ ਹੀ ਆ। 113 ਵਰ੍ਹੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਕੇ ਗਏ ਨੇ। ਬਾਬੇ ਬੁੱਢੇ ਨੇ 113 ਵਰ੍ਹਿਆਂ ਦੀ ਸੇਵਾ ਕਰਦਿਆਂ ਇੱਕ ਵੀ ਦਾਗ ਤਨ ਤੇ ਨਹੀਂ ਲੱਗਣ ਦਿੱਤਾ। ਕਹਿਣ ਲੱਗੇ ਇਸ ਗੱਲ ਦੀਆਂ ਵਧਾਈਆਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਅੱਜ ਦੇ ਦਿਨ ਸੱਚਖੰਡ ਨੂੰ ਪਿਆਨਾ ਕਰ ਗਏ। ਉਹਨਾਂ ਦੀ ਘਾਲਣਾ ਨੂੰ, ਉਹਨਾਂ ਦੀ ਭਜਨ ਬੰਦਗੀ ਨੂੰ ਸਾਡੀ ਨਮਸਕਾਰ ਹੈ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਸਮੂਹ ਵੀਰਾਂ ਨੇ, ਗੁਰੂ ਘਰ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਮੂਹ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ, ਮੁੱਖ ਸੇਵਾਦਾਰ ਦੇ ਵਜੋਂ ਜਿਹੜੀ ਸੇਵਾ ਹੈ, ਸਤਿਕਾਰਯੋਗ ਵੀਰ ਸਤਨਾਮ ਸਿੰਘ ਜੀ ਤੁਹਾਡੇ ਹੀ ਨਗਰ ਦੇ ਨੇ, ਜਿਹੜੇ ਚੜ੍ਹਦੀ ਕਲਾ ਵਿੱਚ ਸੇਵਾ ਨਿਭਾ ਰਹੇ ਨੇ। ਤੇ ਦਾਸਰੇ ਨੂੰ ਹੁਕਮ ਹੋਇਆ ਸੀ ਗੁਰਮਤਿ ਵਿਚਾਰਾਂ ਦੀ ਸੇਵਾ ਦਾ। ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸੇਵਾਵਾਂ ਲਈਆਂ ਨੇ। ਆਓ ਇੱਕ ਅਰਦਾਸ ਆਪਾਂ ਸਾਰੇ ਰਲ ਮਿਲ ਕੇ ਕਰੀਏ। ਉਹ ਅਰਦਾਸ ਆਪਾਂ ਕਰਨੀ ਆ ਜੀ ਕਿਸਾਨੀ ਸੰਘਰਸ਼ ਵਾਸਤੇ। ਕਵਿਤਾ ਦੇ ਬੋਲ ਬੜੇ ਪਿਆਰੇ ਨੇ। ਉਹ ਕਹਿੰਦਾ ਹੈ, ਸਲੀਬਾਂ ਮੁੱਲ ਲੈ ਲਾ ਹਾਕਮਾਂ। ਪਿਆਰਿਓ, ਕਵੀ ਦੀ ਕਵਿਤਾ ਦੇ ਬੋਲ ਨੇ, ਸਲੀਬਾਂ ਮੁੱਲ ਲੈ ਲਾ ਹਾਕਮਾਂ, ਅਸੀਂ ਘਰੋਂ ਖਫਣ ਲੈ ਕੇ ਤੁਰੇ ਹਾਂ। ਪਿਆਰਿਓ, ਸਲੀਬਾਂ ਮੁੱਲ ਲੈ ਲਾ ਹਾਕਮਾਂ, ਅਸੀਂ ਘਰੋਂ ਖਫਣ ਲੈ ਕੇ ਮੁੜੇ ਹਾਂ। ਜਿੱਤਾਂਗੇ ਤਾਂ ਜਿੰਦਾ ਮੁੜਾਂਗੇ, ਇਹ ਗੱਲ ਅਸੀਂ ਆਪਣੇ ਘਰੇ ਕਹਿ ਕੇ ਤੁਰੇ ਹਾਂ। ਉਹ ਤੇਰੇ ਪਾਣੀ ਦੀਆਂ ਵਿਛਾੜਾਂ ਨੇ ਸਾਨੂੰ ਰੋਕਣਾ ਏ ਕੀ? ਅਸੀਂ ਜਦੋਂ ਵੀ ਤੁਰੇ ਹਾਂ ਅਟਕਾਂ ਨਾਲ, ਅਸੀਂ ਜਦੋਂ ਵੀ ਤੁਰੇ ਹਾਂ ਅਟਕਾਂ ਨਾਲ ਖਹਿ ਕੇ ਤੁਰੇ ਹਾਂ। ਫਤਿਹ ਲੈ ਕੇ ਮੁੜੇ ਹਾਂ ਜਦੋਂ ਫਤਿਹ ਕਹਿ ਕੇ ਤੁਰੇ ਹਾਂ। ਫਤਿਹ ਲੈ ਕੇ ਮੁੜੇ ਹਾਂ ਜਦੋਂ ਫਤਿਹ ਕਹਿ ਕੇ ਤੁਰੇ ਹਾਂ। ਤਖਤਾਂ ਨੂੰ ਵੀ ਧੂ ਲੈਨੇ ਆ ਅਸੀਂ ਘੋੜਿਆਂ ਦੇ ਪਿੱਛੇ। ਤੁਹਾਡਾ ਇਤਿਹਾਸ ਕਹਿੰਦਾ ਨਾ, ਉਹ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਦੁੱਖ ਭੰਜਨੀ ਬੇਰੀ ਸਾਹਮਣੇ ਵੇਖਿਓ, ਲਾਲ ਕਿਲੇ ਦੀ ਸਿੱਲ ਪੁੱਟ ਕੇ ਲਿਆ ਕੇ ਉੱਥੇ ਲਾਈ ਆ ਜੱਸਾ ਸੰਗਰਾਮਗੜੀਆ ਵਰਗਿਆਂ। ਪਿਆਰਿਓ, ਬਾਬਾ ਬਘੇਲ ਸਿੰਘ ਵਰਗਿਆਂ ਦੀ ਯੋਧਿਆਂ ਦੀ। ਤਖਤਾਂ ਨੂੰ ਵੀ ਧੂ ਲੈਨੇ ਆ ਘੋੜਿਆਂ ਦੇ ਪਿੱਛੇ। ਅਸੀਂ ਜਦੋਂ ਵੀ ਤੁਰੇ ਆ ਨਾ, ਓਏ ਓਟ ਆਸਰਾ ਗੁਰੂ ਦਾ ਲੈ ਕੇ ਤੁਰੇ ਆ। ਗੁਰੂ ਦਾ ਓਟ ਆਸਰਾ ਲੈ ਕੇ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਦੀ ਧਰਤੀ ਤੇ ਬੈਠੇ ਨੇ। ਪਿਆਰਿਓ, 5 ਹੱਠ ਨੇ, ਰਾਜ ਹੱਠ, ਬਾਲ ਹੱਠ, ਤ੍ਰਿਆ ਹੱਠ, ਜੋਗ ਹੱਠ। ਇਹ 4 ਹੱਠ ਤੇ ਲੋਕਾਂ ਨੇ ਵੇਖੇ ਤੇ ਸੁਣੇ। ਰਾਜੇ ਦਾ ਹੱਠ, ਜੋਗੀ ਦਾ ਹੱਠ, ਬੱਚੇ ਦੀ ਜਿੱਦ ਅੱਗੇ ਮਾਂ-ਬਾਪ ਨੂੰ ਝੁਕਣਾ ਪੈਂਦਾ ਹੈ। ਤ੍ਰਿਆ ਹੱਠ ਭਾਵ ਇਸਤਰੀ ਦੀ ਜਿੱਦ ਅੱਗੇ ਪਤੀ ਨੂੰ ਝੁਕਣਾ ਪੈਂਦਾ ਹੈ। ਯਾਦ ਰੱਖਿਓ, ਆਹ ਕਿਸਾਨਾਂ ਵਾਲਾ ਹੱਠ ਵੀ ਸੰਸਾਰ ਨੇ ਵੇਖ ਲਿਆ ਜੇ। ਸੱਚਮੁੱਚ ਕਹਿੰਦਾ, ਕਿਸਾਨਾਂ ਦੇ ਹੱਠ ਅੱਗੇ ਵੀ ਹਾਕਮ ਦੀ ਸਰਕਾਰ ਨੂੰ ਝੁਕਣਾ ਹੀ ਪਏਗਾ। ਪਿਆਰਿਓ, ਇਹ ਸਾਡੀ ਅਰਦਾਸ ਹੈ। ਆਓ ਸਾਰੇ 2 ਲਾਈਨਾਂ ਕਹਿ ਕੇ ਫਤਿਹ ਅਰਜ਼ ਕਰੀਏ। ਸਾਰੇ ਬੋਲਿਓ, ਪਹਿਲਾਂ ਸੁਣ ਲਓ ਫਿਰ ਬੋਲਿਓ। ਗੁਰੂ ਐਸੀ ਕਲਾ ਵਰਤਾਵੇ। ਬੋਲੋ, ਗੁਰੂ ਐਸੀ ਕਲਾ। ਸਾਰੇ ਚੜ੍ਹਦੀ ਕਲਾ ਵਿੱਚ ਬੋਲਿਓ, ਗੁਰੂ ਐਸੀ ਕਲਾ ਵਰਤਾਵੇ। ਕਿਸਾਨ ਜਿੱਤ ਕੇ ਘਰਾਂ ਨੂੰ ਆਵੇ। ਕਿਸਾਨ ਜਿੱਤ ਕੇ ਘਰਾਂ ਨੂੰ ਆਵੇ। ਇਹ ਸਾਡੀ ਸਾਰਿਆਂ ਦੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦੇ ਸਮੂਹ ਮੈਂਬਰਾਂ ਦੀ ਇਹ ਅਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸਮੂਹ ਕਿਸਾਨ ਵੀਰਾਂ ਲਈ, ਤੁਹਾਡੇ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਰੀਆਂ ਸੰਗਤਾਂ ਦਾ, ਸਮੁੱਚੇ ਵੀਰਾਂ ਦਾ, ਵੀਰ ਸਤਨਾਮ ਸਿੰਘ ਜੀ ਧਨੋਵਾ, ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਕੇ ਵੀਰ ਸਰਬਜੀਤ ਸਿੰਘ ਜੀ RS7 ਰਿਕਾਰਡ ਵਾਲੇ ਜਿਹੜੇ ਅੱਜ ਦੇ ਸਮਾਗਮ ਨੂੰ ਰਿਕਾਰਡ ਕਰ ਰਹੇ ਨੇ,
ਤੇ ਜਿਨ੍ਹਾਂ ਨੇ YouTube ਦੇ ਉੱਤੇ ਇਸ ਸਮਾਗਮ ਨੂੰ ਚਾੜਨ ਦੀ ਸੇਵਾ ਨਿਭਾਉਣੀ ਆ, ਉਹਨਾਂ ਦਾ ਵੀ ਧੰਨਵਾਦ ਹੈ। ਮੇਰੇ ਨਾਲ ਆਏ ਨੇ। ਤੁਸੀਂ ਇਸ ਸਮਾਗਮ ਨੂੰ YouTube ਦੇ ਉੱਤੇ ਸਰਚ ਕਰਕੇ ਬਾਅਦ ਵਿੱਚ ਵੇਖ ਸਕਦੇ ਹੋ, ਕਿਉਂਕਿ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਨੇ। ਇਹਨਾਂ ਦਾ ਵੀ ਧੰਨਵਾਦ। ਫਤਿਹ ਅਰਜ਼ ਕਰਦਾ ਜੀ। ਚੜ੍ਹਦੀ ਕਲਾ ਵਿੱਚ ਸਾਰੀ ਸੰਗਤ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ